ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਣ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਧਨ ਪਾਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਨ ਕੇ ਨਾਸਕ ਬਿਘਨ ਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮ ਓੰਕਾਰ ਜੋਰੀ ਨਾਮ ਓੰਕਾਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਣ ਸੋਏ
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ ਆਵਤ ਜਾਤੇ ਬੇਨਵਾ ਸਾਪਰ ਕਰੇ ਆਵਾਜ਼। ਕਿਤਕ ਮਿਲਾਨਣ ਸੰਗ ਭੇ ਕਰੇ ਤਰਕ ਨਾ ਸਾਜ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰ ਹਜੂਰ ਜਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਸਤਵੇਂ ਸਤਿਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਵਤ ਜਾਤੇ ਬੇਨਵਾ ਸਾਪਰ ਕਰੇ ਆਵਾਜ਼। ਕਿਤਕ ਮਿਲਾਨਣ ਸੰਗ ਭੇ ਕਰੇ ਤਰਕ ਨਾ ਸਾਜ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਨੰਬਰ 25 ਸ਼ੁਰੂ ਕਰਦੇ ਲਿਖਦੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਨਾਂ ਦੇ ਅੰਦਰ ਆਪ ਜੀ ਨੇ ਸਰਵਣ ਕੀਤਾ, ਔਰੰਗਜ਼ੇਬ ਦਾ ਵੇਸ਼ਵਾਵਾਂ ਦੇ ਨਾਲ ਤੇ ਸੂਫੀ ਫਕੀਰਾਂ ਦੇ ਨਾਲ ਜਿਹੋ ਜਿਹਾ ਸਲੂਕ ਸੀ ਆਪ ਸਭ ਨੇ ਸਰਵਣ ਕੀਤਾ ਹੈ ਕਿ ਇਹਨੇ ਪਾਪਾਂ ਦੇ ਜ਼ੁਲਮ ਦੇ ਹੱਦ ਕਰ ਦਿੱਤੇ ਫਕੀਰ ਇਕੱਠੇ ਕਰਕੇ। ਔਰ ਉਵੇਂ ਦੇ ਫਕੀਰ ਜਿਹੜੇ ਜਦੋਂ ਸਾਜ਼ ਵੱਜਦੇ ਸਨ ਸਿਰ ਬੜਾ ਕਮਾਉਂਦੇ ਸਨ। ਉਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਕਹਿੰਦਾ ਕਿ ਤੁਸੀਂ ਪਖੰਡ ਕਿਉਂ ਕਰਦੇ ਜੇ, ਇਹ ਸਰਾ ਦੇ ਮੁਤਾਬਕ ਤੇ ਸਿਰ ਵੀ ਨਹੀਂ ਮਾਰਦਾ ਕੋਈ। ਔਰ ਜਦੋਂ ਫਕੀਰਾਂ ਨੇ ਕਿਹਾ ਕਿ ਇਹ ਕੋਈ ਨਾ ਕੋਈ ਸ਼ਕਤੀ ਹੈ, ਨਾ ਕੋਈ ਭੂਤ ਹੈ, ਨਾ ਕੋਈ ਪ੍ਰੇਤ ਹੈ, ਨਾ ਕੋਈ ਪੀਰ ਹੈ, ਇਹ ਤੇ ਜਿਹੜੇ ਸੱਚ ਦੇ ਨਾਲ ਪ੍ਰੇਮ ਦੇ ਵਿੱਚ ਜੁੜੇ ਹੋਏ ਨੇ, ਜਦੋਂ ਸਾਜ਼ ਵੱਜਦੇ ਨੇ ਨਾ ਆਪਣੇ ਆਪ ਹੀ ਮਸਤੀ ਇੰਨੀ ਚੜ੍ਹਦੀ ਹੈ, ਸਿਰ ਵੀ ਘੁੰਮਦਾ ਹੈ ਤੇ ਤਨ ਦੀ ਸੂਝ-ਬੂਝ ਵੀ ਬਿਲਕੁਲ ਨਹੀਂ ਰਹਿੰਦੀ। ਔਰ ਉਹਨਾਂ ਦੀ ਪਰਖ ਕਰਨ ਵਾਸਤੇ ਸਾਰਿਆਂ ਨੂੰ ਇਕੱਠਾ ਕੀਤਾ ਔਰ ਇੱਕ ਐਵੇਂ ਦੀ ਥਾਂ ਬਣਾਈ ਕਿ ਜਦੋਂ ਸਿਰ ਮਾਰਨ ਤੇ ਉੱਤੋਂ ਐਸਾ ਥੱਲੇ ਨੂੰ ਫਿਸਲਣ ਤੇ ਥੱਲੇ ਤੰਦੂਰ ਤਾਏ ਹੋਏ ਸਨ, ਲੋਹੇ ਦੇ ਤੰਦੂਰ ਲਾਲ ਸੁਰਖ ਕੀਤੇ ਹੋਏ, ਵਿੱਚ ਅੱਗ ਬਲਦੀ ਹੈ ਕਿ ਜੇ ਪਖੰਡੀ ਹੋਣਗੇ ਵਿੱਚ ਸੜ ਕੇ ਮਰ ਜਾਣਗੇ। ਔਰ ਉਹਨਾਂ ਵਿੱਚੋਂ ਇੱਕ ਫਕੀਰ ਸੀ ਜਿਹਨੇ ਸਾਈਂ ਦੇ ਚਰਨਾਂ 'ਚ ਅਰਦਾਸ ਵੀ ਕੀਤੀ ਕਿ ਹੋ ਸਕਦਾ ਇਹਨਾਂ ਵਿੱਚ ਕੁਝ ਪਖੰਡੀ ਵੀ ਹੋਣ, ਪਰ ਇਹ ਖੁਦਾ ਤੇਰੇ ਨਾਮ ਦਾ ਇਹਨਾਂ ਨੇ ਚੋਲਾ ਪਾਇਆ ਹੈ ਤੇ ਅੱਜ ਪਖੰਡ ਨੂੰ ਲਾਜ ਨਹੀਂ ਲੱਗਣੀ, ਅੱਜ ਤੇਰੇ ਨਾਮ ਨੂੰ ਲਾਜ ਲੱਗਣੀ ਹੈ। ਆਪਣੇ ਨਾਮ ਕਰਕੇ ਨਾ ਸਾਰਿਆਂ ਦੀ ਰੱਖ ਲਈ। ਔਰ ਉਹਨਾਂ ਵਿੱਚੋਂ ਇੱਕ ਜਿਹੜਾ ਸੀ ਫਕੀਰ, ਉਹਨੇ ਸਿਰ ਘੁਮਾਇਆ ਜਦੋਂ ਸਾਜ਼ ਵੱਜੇ, ਢੋਲਕੀ ਵੱਜੀ, ਉੱਤੋਂ ਜਿਉਂ ਤਿਸਲਿਆ ਆ ਕੇ ਤੰਦੂਰ ਦੇ ਵਿੱਚ ਡਿੱਗਿਆ, ਪਰ ਸਿਰ ਉਸੇ ਤਰ੍ਹਾਂ ਘੁੰਮਦਾ ਰਿਹਾ, ਤਨ ਦੀ ਸੂਝ ਨਹੀਂ ਰਹੀ। ਔਰ ਅੱਗ ਦੇ ਵਿੱਚ ਇਸ ਤਰ੍ਹਾਂ ਤੰਦੂਰ ਦੇ ਆ ਕੇ ਬੈਠਿਆ ਕਿ ਜਿਵੇਂ ਕਿਤੇ ਬਰਫ਼ 'ਚ ਬੈਠਾ ਹੋਵੇ। ਅੱਗ ਨੇ ਆਪਣਾ ਸੁਭਾਅ ਬਦਲ ਲਿਆ। ਔਰ ਇਹ ਕਰਾਮਾਤ ਵੇਖ ਕੇ ਫਿਰ ਔਰੰਗਜ਼ੇਬ ਨੇ ਕਿਹਾ ਕਿ ਹੁਣ ਜਾਓ, ਤੁਸੀਂ ਸੱਚ ਹੀ ਕਹਿੰਦੇ ਸੀ, ਜੇ ਤੁਹਾਡੇ ਵਿੱਚ ਇਹ ਪ੍ਰੇਮ ਹੈ, ਮਸਤੀ ਹੈ, ਹੁਣ ਅੱਜ ਤੋਂ ਬਾਅਦ ਤੁਹਾਨੂੰ ਨਹੀਂ ਕੁਝ ਕਹਿੰਦਾ। ਇਸੇ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ ਹੋਏ ਲਿਖਦੇ ਨੇ ਕਿ ਕੁਝ ਬੇਨਵਾ ਫਕੀਰ ਸਨ ਕਿ ਜਿਹੜੇ ਆਉਂਦੇ ਜਾਂਦਿਆਂ ਨੂੰ ਆਵਾਜ਼ਾਂ ਮਾਰਦੇ ਨੇ।
ਉਹਨਾਂ ਦੇ ਉੱਤੇ ਤੰਜ ਕੱਸਦੇ ਨੇ, ਕਈ ਤਰ੍ਹਾਂ ਦੇ, ਜਿਵੇਂ ਆਪਾਂ ਕਹਿੰਦੇ ਕਿ ਟੀਚਰਾਂ ਕਰਦੇ ਨੇ। ਉਹ ਬਹਿਸ ਵੀ ਕਰਦੇ ਨੇ, ਮੁਲਾਣਿਆਂ ਦੇ ਨਾਲ ਵੀ ਬਹਿਸ ਕਰਦੇ ਨੇ, ਉਹਨਾਂ ਨੂੰ ਉਸੇ ਤਰ੍ਹਾਂ ਟੀਚਰਾਂ ਕਰਦੇ ਨੇ, ਕਿਉਂਕਿ ਉਹ ਆਪਣੀ ਮੌਜ ਦੇ ਵਿੱਚ ਮਸਤ ਰਹਿਣ ਵਾਲੇ ਨੇ। ਚੌਪਈ ਸਭਨ ਮੁਲਾਣੇ ਮਤੋ ਮਨਾ ਮਤਾਏ, ਕਹਿਨ ਰੰਗ ਸੋ ਲੀਏ ਬੁਲਾਏ। ਹੁਣ ਮੁਲਾਣਿਆਂ ਨੇ ਮਸ਼ਵਰਾ ਕੀਤਾ, ਸਲਾਹ ਕਰਕੇ ਔਰੰਗਜ਼ੇਬ ਦੇ ਕੋਲ ਸ਼ਿਕਾਇਤ ਕੀਤੀ ਕਿ ਕੁਝ ਬੇਨਵਾ ਫਕੀਰ ਨੇ, ਉਹ ਆਉਂਦਿਆਂ ਜਾਂਦਿਆਂ ਨੂੰ ਬੜੀਆਂ ਟੀਚਰਾਂ ਕਰਦੇ ਨੇ, ਉਹ ਤਾਂ ਸਾਡਾ ਵੀ ਮਖੌਲ ਉਡਾਉਂਦੇ ਨੇ, ਉਹ ਤਾਂ ਸਰਾਂ ਦੇ ਮੁਤਾਬਕ ਚੱਲਦੀ ਨਹੀਂ। ਕਰੇ ਸਮੂਹ ਏਕਟੋ ਸੋਏ, ਚੱਲ ਆਏ ਮਿਲ ਕੇ ਸਭ ਕੋਏ। ਬਸ ਔਰੰਗਜ਼ੇਬ ਦੇ ਕੋਲ ਤੇ ਸ਼ਿਕਾਇਤ ਜਾਣੀ ਚਾਹੀਦੀ ਸੀ ਫਕੀਰਾਂ ਦੀ। ਉਸੇ ਵੇਲੇ ਜਿੰਨੇ ਬੇਨਵਾ ਫਕੀਰ ਨੇ ਸਾਰੇ ਇਕੱਠੇ ਕਰ ਲਏ। ਨਿਕਟ ਹਕਾਰ ਬੂਝ ਨਾ ਕਰੇ, ਸਰਾ ਵਹਿਰ ਤੁਮ ਕਿਉ ਮਤ ਧਰੇ। ਫਕੀਰਾਂ ਨੂੰ, ਬੇਨਵਾ ਫਕੀਰਾਂ ਨੂੰ ਇਕੱਠਿਆਂ ਕਰਕੇ ਆਪਣੇ ਕੋਲ ਬੁਲਾਇਆ ਤੇ ਔਰੰਗਜ਼ੇਬ ਨੇ ਆਪ ਉਹਨਾਂ ਨੂੰ ਪੁੱਛਿਆ ਕਿ ਦੱਸੋ, ਤੁਸੀਂ ਸਰਾਂ ਦੇ ਮੁਤਾਬਕ ਕਿਉਂ ਨਹੀਂ ਚੱਲਦੇ? ਤੁਸੀਂ ਸਰਾਂ ਦੇ ਉਲਟ ਕਿਉਂ ਚੱਲਦੇ ਜੇ? ਸਾਦਰ ਕਿਸੇ ਨਾ ਬਾਕ ਬਖਾਨੋ, ਹਾਸ ਸਮੇਤ ਤਰਕਣਾ ਠਾਨੋ। ਤੁਸੀਂ ਆਉਂਦਿਆਂ ਜਾਂਦਿਆਂ ਨੂੰ ਕਿਸੇ ਨੂੰ ਪਿਆਰ ਨਾਲ, ਸਤਿਕਾਰ ਨਾਲ ਬੁਲਾਉਂਦੇ ਹੀ ਨਹੀਂ, ਸਾਰਿਆਂ ਦਾ ਮਖੌਲ ਉਡਾਉਂਦੇ, ਸਾਰਿਆਂ ਦੇ ਉੱਤੇ ਹੱਸਦੇ ਜੇ। ਕਿਆ ਤੁਮਨੇ ਆਪਣੇ ਮਨ ਜਾਨੀ, ਮਹਿਦ ਹੋਏ ਕਿਸ ਕਿਮ ਜਿਸ ਤੇ ਮਾਨੀ। ਔਰੰਗਜ਼ੇਬ ਕਹਿੰਦਾ ਕਿ ਦੱਸੋ, ਤੁਸੀਂ ਆਪਣੇ ਮਨ ਦੇ ਵਿੱਚ ਸਮਝਦੇ ਕੀ ਹੋ, ਜਾਣਿਆ ਕੀ ਹੈ? ਤੁਸੀਂ ਕਿਵੇਂ ਵੱਡੇ ਹੋ ਜਿਸ ਕਰਕੇ ਤੁਹਾਡੇ 'ਚ ਇੰਨਾ ਹੰਕਾਰ ਕਿ ਹਰ ਕਿਸੇ ਨੂੰ ਤੁਸੀਂ ਟੀਚਰ ਕਰਦੇ ਹੋ, ਹਰ ਕਿਸੇ ਨੂੰ ਮਖੌਲ ਕਰਦੇ ਹੋ। ਤਿਆਗੋ ਸਗਲ ਨਾ ਮਨਮਤ ਕੀਜੈ, ਚਲਣ ਸਰਾ ਕੋ ਮਾਰਗ ਲੀਜੈ। ਔਰ ਉਹਨਾਂ ਨੂੰ ਤਾੜਦਿਆਂ ਹੋਇਆਂ ਔਰੰਗਜ਼ੇਬ ਕਹਿੰਦਾ ਕਿ ਇਹ ਆਪਣੇ ਚਾਲੇ ਛੱਡ ਦਿਓ, ਆਪਣੀਆਂ ਕਰਤੂਤਾਂ ਛੱਡ ਕੇ ਬਾਜ ਆ ਜਾਓ, ਸਰਾ ਦੇ ਵਿੱਚ ਆ ਜਾਓ, ਸਰਾ ਦੇ ਮੁਤਾਬਕ ਚੱਲੋ। ਨਾਹੀਂ ਤਾਂ ਦੋਜਕ ਮਹਿ ਦੁਖ ਪਾਵੋ, ਤਾਹੀਂ ਬਚਾਵੋ ਤਿਸੇ ਅਪਨਾਵੋ। ਤੇ ਜੇ ਸਰਾ ਦੇ ਵਿੱਚ ਨਾ ਆਏ ਤੇ ਨਰਕਾਂ 'ਚ ਜਾ ਕੇ ਦੁੱਖ ਪਾਓਗੇ, ਦੋਜਕ 'ਚ ਜਾਓਗੇ। ਇਸਲਾਮੀ ਸਰਾ ਨੂੰ ਮੰਨ ਲਵੋ ਤੇ ਬਚੇ ਰਹਿ ਜਾਓਗੇ। ਸੁਣਤ ਬੇਨਵ ਕਹਿਓ ਨ ਮਾਨਾ, ਖੋਟਾ ਨੋ ਰੰਗ ਸੰਗ ਬਖਾਨਾ। ਪਰ ਬੇਨਵ, ਜਿਹੜੇ ਬੇਨਵਾ ਫਕੀਰ ਨੇ ਆਪਣੀ ਮੌਜ ਦੇ ਵਿੱਚ ਮਸਤ, ਔਰ ਆਪਣੀ ਮਸਤੀ ਦੇ ਵਿੱਚ ਆਏ ਨੇ, ਇਹਨਾਂ ਨੇ ਕਿਹਾ ਬਾਦਸ਼ਾਹ ਨੂੰ, ਜਾਣਦੇ ਸਨ ਨਿਰਾ ਹੀ ਬਾਦਸ਼ਾਹ ਪਖੰਡੀ ਹੈ, ਝੂਠਾ ਹੈ, ਫਰੇਬੀ ਹੈ। ਇਹਦੇ ਵਰਗਾ ਜ਼ਾਲਮ ਕੋਈ ਨਹੀਂ ਜਿਹਨੇ ਆਪਣੇ ਪਿਓ ਨੂੰ ਮਾਰ ਦਿੱਤਾ, ਭਰਾਵਾਂ ਨੂੰ ਮਾਰ ਦਿੱਤਾ, ਤੱਕ ਭੈਣ ਦਾ ਵੀ ਕਤਲ ਕੀਤਾ। ਇਹ ਕਿਹੜੇ ਇਸਲਾਮ ਦੀ ਗੱਲ ਕਰਦਾ ਤੇ ਕਿਹੜੀ ਸਰਾ ਦੀ ਗੱਲ ਕਰਦਾ? ਹੁਣ ਉਹ ਬੇਝਿਜਕ ਬੇਖੌਫ ਅੱਗੋਂ ਬੇਨਵਾ ਫਕੀਰ ਕਹਿੰਦੇ ਤੇ, ਹਮ ਪਰ ਤੇਰੋ ਹੁਕਮ ਨਾ ਕੋਈ, ਮਨ ਭਾਵਤ ਹਮ ਬੋਲੇ ਸੋਈ। ਇਹ ਬੇਨਵਾ ਫਕੀਰ ਕਹਿੰਦੇ ਨੇ ਤੂੰ ਹੋਏਗਾ ਬਾਦਸ਼ਾਹ, ਸਾਰੇ ਮੁਲਕ ਦਾ ਬਾਦਸ਼ਾਹ ਹੋਏਗਾ, ਸਾਰੇ ਤੇ ਹੁਕਮ ਚੱਲਦਾ ਹੋਏਗਾ, ਪਰ ਬਾਦਸ਼ਾਹ ਤੇਰਾ ਹੁਕਮ ਸਾਡੇ ਤੇ ਬਿਲਕੁਲ ਨਹੀਂ ਚੱਲਦਾ, ਨਾ ਅਸੀਂ ਤੇਰੇ ਵਰਗੇ ਬਾਦਸ਼ਾਹ ਦੇ ਹੁਕਮ ਨੂੰ ਮੰਨਦੇ ਹਾਂ। ਸਾਡੇ ਤੇ ਮਨ ਵਿੱਚ ਜੋ ਆਉਂਦਾ ਹੈ, ਜੋ ਸਾਨੂੰ ਪਾਉਂਦਾ ਹੈ, ਜੋ ਸਾਡੇ ਖੁਦਾ ਨੂੰ ਪਾਉਂਦਾ ਸੀ, ਉਸੇ ਤਰ੍ਹਾਂ ਕਰਨਾ। ਚੋਰ ਯਾਰ ਕਰਨੀ ਬਟਪਾਰੀ, ਤਿਸੇ ਸਜਾਏ ਦੇਹੋ ਹਿਤ ਧਾਰੀ। ਤੇ ਇਹ ਬੇਨਵਾ ਫਕੀਰ ਕਹਿੰਦੇ ਨੇ ਬਾਦਸ਼ਾਹ ਜੇ ਤੂੰ ਸਜ਼ਾ ਦੇਣੀ ਹੋਈ ਨਾ, ਉਹਨਾਂ ਨੂੰ ਦੇ ਜਿਹੜੇ ਝੂਠ ਬੋਲਦੇ ਨੇ। ਜੇ ਤੂੰ ਸਜ਼ਾ ਦੇਣੀ ਹੈ ਤੇ ਚੋਰਾਂ ਨੂੰ ਦੇ, ਜਿਹੜੇ ਚੋਰੀ ਯਾਰੀ ਕਰਦੇ ਨੇ, ਦੂਜਿਆਂ ਨੂੰ ਲੁੱਟਦੇ ਨੇ, ਖੁੰਦੇ ਨੇ, ਸਜ਼ਾ ਉਹਨਾਂ ਨੂੰ ਦੇ। ਔਰ ਉਹਨਾਂ ਵਿੱਚੋਂ ਸਭ ਤੋਂ ਵੱਡਾ ਲੁਟੇਰਾ ਔਰੰਗਜ਼ੇਬ ਆਪ ਹੀ ਹੈ। ਪਰ ਇਹਨੇ ਚੋਲਾ ਜਿਹੜਾ ਉਹ ਧਰਮੀਆਂ ਵਾਲਾ ਪਾਇਆ ਹੈ। ਹਮ ਫਕੀਰ ਦਰਵੇਸ਼ਣ ਰੀਤ, ਉਚਿਤ ਸਦਾਏ ਦੋਸ਼ ਨਹਿ ਚੀਤ। ਅਸੀਂ ਫਕੀਰ ਹਾਂ, ਸਾਡਾ ਦਰਵੇਸ਼ਾਂ ਵਾਲਾ ਸੁਭਾਅ ਹੈ। ਦਰਵੇਸ਼ ਕਿਸੇ ਨਾਲ ਨਾ ਈਰਖਾ ਕਰਦੇ ਨੇ, ਨਾ ਕਿਸੇ ਨੂੰ ਲਾ ਕੇ ਗੱਲ ਕਹਿੰਦੇ ਨੇ। ਅਸੀਂ ਅੰਦਰੋਂ ਵੀ ਖੁਸ਼ ਰਹਿੰਦੇ ਹਾਂ, ਬਾਹਰੋਂ ਵੀ ਖੁਸ਼ ਰਹਿੰਦੇ ਹਾਂ। ਕਿਸੇ ਨੂੰ ਸਾਡੀਆਂ ਗੱਲਾਂ ਚੁੱਭ ਜਾਂਦੀਆਂ ਨੇ, ਮਾੜੀਆਂ ਲੱਗਦੀਆਂ ਨੇ, ਜੋ ਸਾਡੇ ਮੂੰਹ 'ਚ ਹੁੰਦਾ ਹੈ, ਜੋ ਸੱਚ ਹੁੰਦਾ ਅਸੀਂ ਕਹਿ ਦਿੰਦੇ ਹਾਂ। ਤੇ ਇਵੇਂ ਦੇ ਫਕੀਰਾਂ ਨੂੰ ਸਜ਼ਾ ਦੇਣੀ ਤੇਰੇ ਵਾਸਤੇ ਪਾਪ ਹੈ। ਹਮ ਦੁਨੀਆ ਤੇ ਫਾਰ ਕੇ ਹੈ, ਤੁਝ ਕਹਿ ਬੇ ਮੈਂ ਕਿਉਂ ਕਰ ਰਹਿ।
ਇਹ ਫਕੀਰ ਕਹਿੰਦੇ ਨੇ ਅਸੀਂ ਤਾਂ ਦੁਨੀਆ ਦੀ ਪਰਵਾਹ ਨਹੀਂ ਕਰਦੇ, ਦੁਨੀਆ ਤੋਂ ਫਰਕ ਹੋਏ ਆ। ਤੇ ਬਾਦਸ਼ਾਹ ਫਿਰ ਤੇਰਾ ਹੁਕਮ ਅਸੀਂ ਕਿਉਂ ਮੰਨਾਂਗੇ ਤੇ ਤੇਰੇ ਅਧੀਨ ਕਿਉਂ ਆਵਾਂਗੇ? ਤੇਰੇ ਵਸ ਦੇ ਵਿੱਚ ਤੇਰੇ ਹੁਕਮ 'ਚ ਥੋੜ੍ਹੀ, ਅਸੀਂ ਤਾਂ ਉਸ ਖੁਦਾ ਦੇ ਹੁਕਮ ਵਿੱਚ ਰਹਿਣ ਵਾਲੇ ਆ। ਕਿਨਹੂ ਨਾ ਕਬ ਕੈਸੇ ਕਿਤ ਕਹਿਓ, ਨਿਰਭੈ ਸਦਾ ਹਮ ਭੈ ਨਹਿ ਲਹਿਓ। ਫਕੀਰ ਕਹਿੰਦੇ ਨੇ ਬਾਦਸ਼ਾਹ ਇਸ ਤੋਂ ਪਹਿਲੋਂ ਵੀ ਬੜੇ ਹੋਏ ਨੇ, ਪਰ ਇਹ ਸੱਚ ਹੈ ਕਿਸੇ ਬਾਦਸ਼ਾਹ ਨੇ ਸਾਨੂੰ ਪਹਿਲੋਂ ਕਦੇ ਕੁਝ ਕਿਹਾ ਹੀ ਨਹੀਂ। ਤੇ ਜੇ ਕਹਿੰਦੇ ਵੀ ਤੇ ਅਸੀਂ ਕਿਹੜਾ ਕਿਸੇ ਦੀ ਪਰਵਾਹ ਕਰਨੇ ਆ? ਤੁਹਾਡੇ ਵਰਗੇ ਬਾਦਸ਼ਾਹ ਦੇ ਸਾਡੇ ਤੋਂ ਹੁਕਮ ਨਹੀਂ ਚੱਲਦਾ, ਨਾ ਅਸੀਂ ਪਰਵਾਹ ਕਰੀਏ। ਕਰਤ ਰਹੇ ਜਿਮ ਬੜੇ ਹਮਾਰੇ, ਸਿਰ ਤਰ ਚਲੇ ਤਿਸੇ ਅਨੁਸਾਰੇ। ਜਿਵੇਂ ਸਾਡੇ ਵੱਡੇ ਵਡੇਰੇ ਕਰਦੇ ਰਹੇ, ਨਿਰਭਉ ਨੂੰ ਜਪ ਕੇ ਨਿਰਭਉ ਹੀ ਜਿੰਦੇ ਰਹੇ, ਨਿਰਭਉ ਹੀ ਵਿਚਰਦੇ ਰਹੇ, ਅਸੀਂ ਤੇ ਉਹਨਾਂ ਲੀਹਾਂ ਤੇ ਚੱਲਣ ਵਾਲੇ ਆ। ਸੁਣ ਨਾ ਰੰਗ ਕੇ ਰਿਸ ਉਰੇ ਆਏ, ਸਭ ਨੋਕਾ ਪਰ ਦੀਏ ਚੜਾਈ। ਹੁਣ ਬਾਦਸ਼ਾਹ ਹੋਵੇ ਮੁਲਕ ਦਾ ਤੇ ਉਹ ਵੀ ਔਰੰਗਜ਼ੇਬ ਵਰਗਾ ਪਾਪੀ, ਤੇ ਉਹਦੇ ਸਾਹਮਣੇ ਫਕੀਰ ਕਹਿਣ ਅਸੀਂ ਤੈਨੂੰ ਜਾਣਦੇ ਨਹੀਂ, ਟਿੱਚ ਨਹੀਂ ਜਾਣਦੇ, ਤੇਰਾ ਹੁਕਮ ਸਾਡੇ ਤੇ ਚੱਲ ਹੀ ਨਹੀਂ ਸਕਦਾ, ਨਾ ਅਸੀਂ ਮੰਨਣਾ ਹੈ। ਇੰਨਾ ਗੁੱਸੇ ਵਿੱਚ ਆਇਆ, ਉਸੇ ਵੇਲੇ ਕਹਿੰਦੇ ਇਹਨੂੰ ਬੇੜੀਆਂ ਤੇ ਚੜਾਓ। ਕਹਿਓ ਨਦੀ ਕੇ ਬੜ ਪ੍ਰਵਾਹ, ਜਾਏ ਡੁਬਾਵੋ ਬਾਚੇ ਨਾਹੇ। ਹੁਕਮ ਕਰ ਦਿੱਤਾ ਜਿੰਨੇ ਨੇ ਇਕੱਠੇ ਕਰਕੇ ਬੇੜੀਆਂ ਤੇ ਪਾਓ, ਜਮਨਾ ਦੇ ਵਿਚਕਾਰ ਜਾ ਕੇ ਜਿੱਥੇ ਬਹੁਤ ਤੇਜ਼ ਪਾਣੀ ਹੋਵੇ ਉੱਥੇ ਧੱਕੇ ਦੇ ਕੇ ਸੁੱਟ ਦਿਓ ਕਿ ਬੱਚੇ ਕੇ ਜਿੰਦੇ ਬਾਹਰ ਨਾ ਨਿਕਲ ਸਕਣ। ਪਰ ਇਹਨੂੰ ਇਹ ਪਤਾ ਹੀ ਨਹੀਂ ਕਿ ਜਿੰਦਾ ਮਾਲਕ ਆਪ ਰੱਖਣ ਵਾਲਾ ਹੋਵੇ, ਜਿਹੜੇ ਸਰੀਰਾਂ ਦੀ ਪਰਵਾਹ ਹੀ ਨਹੀਂ ਕਰਦੇ, ਜਿਹੜੇ ਸਰੀਰਾਂ ਦੇ ਵਿੱਚੋਂ ਪਹਿਲੇ ਉੱਤੇ ਉੱਠੇ ਹੋਏ ਨੇ, ਉਹਨਾਂ ਨੂੰ ਤੂੰ ਮਾਰ ਕਿੱਥੇ ਸਕਣਾ ਹੈ? ਪਰ ਹੁਕਮ ਦੇ ਦਿੱਤਾ ਕਿ ਇਹਨਾਂ ਨੂੰ ਡੁਬੋ ਕੇ ਮਾਰ ਦੇ। ਬਹੁ ਮਨੁੱਖ ਹੈਵ ਕਰ ਰਖਵਾਰੇ, ਲੇਕਰ ਨੌਕਾ ਤਿਤੇ ਸਦਾਰੇ। ਉਸੇ ਵੇਲੇ ਸਿਪਾਹੀ ਇਕੱਠੇ ਹੋ ਗਏ, ਬਹੁਤ ਸਾਰੇ ਸਿਪਾਹੀ ਆਪਣੇ ਪਹਿਰੇ ਦੇ ਵਿੱਚ, ਨਿਗਰਾਨੀ ਦੇ ਵਿੱਚ ਇਹਨਾਂ ਨੂੰ ਜਮਨਾ ਦੇ ਕੰਢੇ ਲੈ ਗਏ। ਉਸੇ ਵੇਲੇ ਜਾ ਕੇ ਬੇੜੀਆਂ ਤੇ ਚੜਾ ਦਿੱਤਾ, ਨਾਲ ਸਿਪਾਹੀ ਚੜੇ ਨੇ। ਇਤਨੇ ਮੈਂ ਹੈ ਇੱਕ ਬੇਨਵਿਓਰ, ਆਏ ਪੁਕਾਰਿਓ ਉੱਚੇ ਠੌਰ। ਕਹਿੰਦੇ ਇੰਨੇ ਵਿੱਚ ਇੱਕ ਬੇਨਵ ਫਕੀਰ ਹੋਰ ਆਇਆ, ਉਹਨੇ ਉੱਚੀ ਜੀ ਆਵਾਜ਼ ਮਾਰ ਕੇ ਖਲੋ ਕੇ ਜ਼ੋਰ ਦੇ ਨਾਲ ਪੁਕਾਰਿਆ, ਮੈਂ ਦਮਾਦ ਨੂੰ ਰੰਗ ਕੋ ਖਰੋ, ਇਸ ਕੋ ਤਿਆਗਣ ਕੈਸੇ ਕਰੋ। ਉੱਚੀ ਆਵਾਜ਼ ਵਿੱਚ ਸਿਪਾਹੀਆਂ ਨੂੰ ਕਹਿੰਦਾ ਕਿ ਨਰੰਗੇ ਦਾ ਜਵਾਈ ਤੇ ਮੈਂ ਖੜਾ ਇੱਥੇ ਬਾਹਰ, ਮੈਨੂੰ ਉਹਦਾ ਜਵਾਈ ਸਮਝ ਕੇ ਛੱਡ ਚੱਲਿਓ, ਮੈਨੂੰ ਬੇੜੀ ਤੇ ਕਿਉਂ ਨਹੀਂ ਚੜਾਇਆ? ਇਨ ਸੰਗ ਮੋਹੇ ਚੜਾਏ ਸਧਰੀਐ, ਇਸਕੇ ਦੁਹਤਾ ਵਿਧਵਾ ਕਰੀਏ। ਹੁਣ ਬੇਨਵ ਫਕੀਰ ਹੈ ਔਰ ਆਪਣੀ ਮੌਜ ਵਿੱਚ ਆਏ ਸਿਪਾਹੀਆਂ ਨੂੰ ਕਹਿੰਦਾ ਹੈ ਕਿ ਨਰੰਗੇ ਦੇ ਇਸ ਜਵਾਈ ਨੂੰ ਵੀ ਫੜੋ, ਇਹਨੂੰ ਵੀ ਬੇੜੇ 'ਚ ਚੜਾਓ, ਨਰੰਗੇ ਦੀ ਧੀ ਨੂੰ ਵਿਧਵਾ ਕਰ ਦਿਓ। ਸੁਣ ਨਾਰੰਗ ਨੇ ਦਿਏ ਛੁਟਾਏ, ਇਹ ਤੋਂ ਬੜੋ ਢੇਠ ਸਮੁਦਾਏ। ਔਰ ਐਡੀ ਵੱਡੀ ਗਾਲ ਵੀ ਕੱਢ ਗਿਆ। ਇਹ ਸੁਣ ਕੇ ਔਰੰਗਜ਼ੇਬ ਨੇ ਬਾਕੀ ਨੂੰ ਛੁਡਾ ਵੀ ਦਿੱਤਾ ਕਿ ਇਹ ਜਿਹੜੇ ਨੇ ਤੇ ਬਹੁਤ ਹੀ ਢੀਠ ਨੇ, ਇਹਨਾਂ ਨੂੰ ਮੌਤ ਦੀ ਪਰਵਾਹ ਕੋਈ ਨਹੀਂ, ਆਪ ਮਰਨ ਵਾਸਤੇ ਅੱਗੇ ਆ ਗਏ ਕਿ ਮੈਨੂੰ ਵੀ ਲੈ ਕੇ ਜਾਓ। ਐਡੀ ਵੱਡੀ ਗਾਲ ਸੁਣ ਕੇ ਢੀਠ ਜਾਣ ਕੇ ਔਰੰਗਜ਼ੇਬ ਕਹਿੰਦਾ ਇਹਨਾਂ ਨੂੰ ਨਹੀਂ ਪਰਵਾਹ, ਮਰਨ ਦੀ ਛੱਡ ਦਿਓ, ਨਾ ਮਾਰੋ। ਮਰਬੇ ਮੈਂ ਬਿਲੰਬ ਅਬ ਨਾਹੀ, ਤੋ ਨਿਤਰਕ ਬਾਤ ਇਨ ਕਹੀ। ਕਿ ਸਾਹਮਣੇ ਮੌਤ ਹੈ, ਮੌਤ ਦੇ ਵਿੱਚ ਬਿਲਕੁਲ ਹੀ ਟਾਈਮ ਹੀ ਨਹੀਂ, ਬਾਕੀ ਸਾਰੇ ਬੇੜੀਆਂ 'ਚ ਚੜ੍ਹ ਗਏ ਨੇ। ਇਹ ਮਰਨ ਦੇ ਵੀ ਤਿਆਰ ਹੈ, ਇਹਨਾਂ ਨੇ ਧੜਕ, ਇਹਨੇ ਨੇ ਡਰ। ਮਰੇ ਨਾ ਸਮਝੇ ਪਾਸ਼ਲ ਰਹੇ, ਹਟਤੇ ਅਰਬੇ ਅਰਹੇ ਪੰਥ ਅਸਹੇ। ਇਹ ਤੇ ਮਰਨ ਤੋਂ ਬਾਅਦ ਵੀ ਜਿਹੜੇ ਬਾਕੀ ਰਹਿ ਗਏ ਨਾ, ਉਹਨਾਂ ਨੇ ਵੀ ਹੱਥ ਛੱਡਣੀ ਨਹੀਂ। ਇਹਨਾਂ ਨੂੰ ਤਾਂ ਭਾਵੇਂ ਆਪ ਮਰਨ ਲਈ ਤਿਆਰ ਨੇ, ਤੇ ਫਿਰ ਮਾਰ ਕੇ ਕਰਨਾ ਕਿ ਮਾਰਨ ਦਾ ਭਾਵ ਅਰਥ ਤੇ ਉਹਨਾਂ ਦਾ ਇਹੀ ਸੀ ਕਿ ਜਿੰਨੇ ਕੁ ਆਏ ਨੇ ਇਹਨਾਂ ਨੂੰ ਡੁਬੋ ਕੇ ਮਾਰਾਂਗੇ, ਬਾਕੀ ਦੇ ਇਹਨਾਂ ਨੂੰ ਸੁਣ ਕੇ ਇਹਨਾਂ ਬਾਰੇ ਡਰ ਜਾਣਗੇ। ਇਨ ਕੋ ਤਿਆਗੋ ਕਛੂ ਨਾ ਕਹੋ, ਢੀਠ ਮੂੜਤਾ ਮੈਂ ਬੜ ਲਹੋ। ਔਰੰਗਜ਼ੇਬ ਕਹਿੰਦਾ ਇਹਨੂੰ ਛੱਡ ਦਿਓ, ਤੇ ਬੜੇ ਢੀਠ ਨੇ, ਇਹ ਬੜੇ ਮੂਰਖ ਨੇ,
ये अपनी ढिठता इन्हां ने नहीं छड्डनी, भावें मारे भी जाण। देश देश ते यह चले आए, होए समूह फतूर उठाए। और बादशाह डर भी गया, क्योंकि बेनव फकीर जिहड़े हुंदे भी बड़े सन। इन्हां नूं डबो के मारिया तो देशां विदेशां तो सारे चल के आ जाने ने, इत्थे आके फतूर मचाउणगे कि मारी जा, किन्ने को मारेगा। बचे बेनवा इम चल गए, मनोकाल ते छुटत भए। कहते उस फकीर दे एक इन्नी नी धड़क आवाज़ ने सारे नूं बचा लिया। बचे हुए फकीर बेनवा हुण इवें चले जिवें मौत दे मूँह दे विचों निकल के आए होण, जिन्हां नूं मौत की परवाह सचमुच ही नहीं सी। इत्यादक तुरकन संग बाध्या, नौरंग महामूड़ परमाध्या। इस तरह जिहड़ा मूर्ख नरंगा है वो भटके हुए तुरकां दे नाल, बेनवा फकीरां दे नाल, होर कईयां दे नाल झगड़ा करदा कि किसी भी ढंग दे नाल इन्हां नूं सरा दे विच लै के आउणा। पुन हिंदू न पर तर्क बढ़ाए, बुत पूजत इन समझ न काई। इन्हां फकीरां वल्लों वेला होया कईयां नूं मार मुकाया, कईयां नूं समझा कि मारन दा लाभ भी कोई नहीं, फायदा कोई, इन्हां नूं छड्ड दिओ। इधर जोर लाउण तो बाद फिर हिंदुआं वल्ले होया कि ये जिहड़े हिंदू ने ये बुत पूजते हैं, मूर्तियां नूं पूजते हैं, इन्हां नूं समझ ही कोई नहीं कि पत्थरां दे विच कोई रब थोड़ी हुंदा है। थान थान मंदिर बहु करे, घर घर पाथर घर घर धरे। औरंगजेब कहंदा इन्हां ने थां थां दे मंदिर बनाए ने, इन्हां ने घर घर दे विच पत्थर जिहड़े ने घड़ करके रखे ने, घर घर दे विच बुत लाया। चंदन फूल लाए कनसारा, बार पखारे बारंग बारा। उन्हां बुत्तां दे उत्ते चंदन दे फुੱਲ कपूर घस घस के लाउंदे ने, सुगंधियां लाउंदे ने, पानी नाल वार वार उहनूं धोंदे ने, कहंदे सी इशनान करा दिता। धोए बूतन को पीवै पानी, झूठो अन्न धरे अगवानी। औरंगजेब कहंदा कि ये तो बुत्तां नूं धो के उहदा झूठा पानी पींदे ने। झूठ मूठ दे जिहड़े झूठ मूठ दे बुत ने, जिहड़े पत्थर दे ने, उन्हां दे अगे भोजन रखदे ने, कहंदे साडे ठाकुर ने भोग ला दिता है। पुने उठाए आप ले खाहें, इसते कहें भिस्त हम जाहें। तो फिर उन्होंने भोग लवाउण तो बाद वही भोजन चुकते हैं, जिहड़ा थाल अगे रखिया हुंदा खा आप जाते हैं। तो ये समझते हैं कि असीं बस हुण ठाकर का झूठा छक लिया, हुण असीं स्वर्गां नूं चले जावांगे। मिल काजी मुल्ला समुदाय, नौरंग को कह कह समझाए। ये जिन्ने काजी ने मुलाने ने इवें दी गल्लां बादशाह के कन्नां च पाई जाते हैं कि उन्होंने भड़काउणा है जिवें मर्जी। सरा देन आलमगीर अह तू एक, तुझ कह बे मह खलक अनेक। ये जिन्ने काजी ने मुलाने ने औरंगजेब दे कोल आउंदे ने ते झुक झुक के सलामा करके उन्होंने खुश करने वास्ते, उनकी चमचागिरी करने वास्ते कहते ने, हे जगत दे आलम हो तुसी, सारी दुनिया तुहाडे हुक्म दे विच है। मार्ग भले चलावण चाहिए, सब पर हुक्म अपन निर्भईया। इस करके सारे खलकत नूं तुसीं चंगे राह ते पाउंदे हो। चंगे राह ते पाउणा चाहिए, चंगा राह उन्हां दे मुताबिक ही सी सारा, कि सारे नूं सारा दे मुताबिक चलाउणा चाहिए, भावें कोई हिंदू है तो भावें तर्क है, भावें कोई तुर्क है। सरा देन बिरदावन करिए, चिरंकार जस जुत जग त्रिया। इस करके बादशाह तुहाडा तो हुक्म चलदा, सब नूं सरां दे विच चलाउणा चाहिए। तो जे सरां दे विच चलाओगे तुहाडी वडियाई सदियां तक रहेगी, जुगां तक रहेगी। और देखो जिन्हां दी हुकूमत हुंदी फिर वो जोर चला ही लेंदे ने। ये अज दी कहानी नहीं, शुरू तो लैके है। मुगलों का जोर से उन्होंने मंदिर ढा के उत्थे जा मस्जिदां बना दित्तियां, ते जा मंदिर ढा के औरंगजेब वर्गे ने बिल्कुल साफ कर दिते कि ते पखंड करते हैं।
ਤੇ ਜਦੋਂ ਰਾਜ ਕਿਤੇ ਫਿਰ ਦੂਜਿਆਂ ਦਾ ਆਉਂਦਾ, ਫਿਰ ਮਸਜਿਦ ਢਾਹ ਕੇ ਉੱਥੇ ਮੰਦਰ ਵੀ ਬਣਾਉਂਦੇ ਨੇ, ਕਿਉਂਕਿ ਜ਼ੋਰ ਦੀ ਗੱਲ ਹੈ ਨਾ, ਜਿੰਦਾ ਜ਼ੋਰ ਚੱਲਦਾ ਚਲਾ ਜਾਂਦੇ ਨੇ, ਔਰ ਧਰਮ ਦੇ ਨਾਂ 'ਤੇ ਚਲਾਉਂਦੇ ਨੇ। ਇਸ ਕਰਕੇ ਕਿ ਹੁਣ ਵੋਟਾਂ ਲੈਣੀਆਂ ਨੇ, ਤੇ ਉਦੋਂ ਇਸ ਕਰਕੇ ਕਿ ਧਰਮ ਦੇ ਨਾਂ 'ਤੇ ਸਾਰਿਆਂ ਦੇ ਵਿੱਚ ਆਪਣੇ ਆਪ ਧਰਮੀ ਬਣਨਾ ਹੈ। ਮਹਾਦੇਨ ਕੋ ਹੈਵ ਅਤ ਪਿਆਰੋ, ਜੋ ਸੁਖ ਦੇ ਸਭਨ ਤੇ ਭਾਰੋ। ਇਹ ਕਾਦੀ ਤੇ ਮੁਲਾਣੇ ਆ ਕੇ ਬਾਰ-ਬਾਰ ਇਹਨੂੰ ਚੁੱਕਦੇ ਨੇ ਔਰੰਗਜ਼ੇਬ ਨੂੰ, ਕਿ ਹਜ਼ਰਤ ਮੁਹੰਮਦ ਸਾਹਿਬ ਤੁਹਾਨੂੰ ਬੜਾ ਪਿਆਰ ਕਰਦੇ ਨੇ, ਤੁਹਾਡੇ ਤੇ ਬੜਾ ਖੁਸ਼ ਹੋਣਗੇ, ਬੜਾ ਵੱਡਾ ਤੁਹਾਨੂੰ ਸੁੱਖ ਬਖਸ਼ਣਗੇ ਜੇ ਤੁਸੀਂ ਲੋਕਾਂ ਨੂੰ ਸਰਾਂ ਵਿੱਚ ਲੈ ਕੇ ਆਓਗੇ। ਕੋ ਨਾ ਦੇਨ ਮਹਿ ਤੁਝ ਸਮ ਭਇਓ, ਹੈਵ ਹੈ ਨਹਿ ਹੈ ਕਬਹੂ ਨਾ ਹੋਇਓ। ਇਹ ਮੌਲਵੀ ਤੇ ਮੁਲਾਣੇ ਕਹਿੰਦੇ ਨੇ ਆ ਕੇ ਕਿ ਬਾਦਸ਼ਾਹ ਤੁਹਾਡੇ ਵਰਗਾ ਦੇਣ ਦੇ ਵਿੱਚ ਪੱਕਾ ਕੋਈ ਨਹੀਂ ਹੋਇਆ, ਨਾ ਕੋਈ ਹੋਇਆ, ਨਾ ਕਿਸੇ ਨੇ ਹੋਣਾ, ਤੇ ਨਾ ਕੋਈ ਹੈ। ਜੋ ਕੁਛ ਕਰਿਓ ਚਾਹੇ ਜਗ ਮਾਹੀ, ਸੋ ਹੋਏ ਸਾਚ ਅਨੱਥਾ ਨਾਹੀ। ਬਾਦਸ਼ਾਹ ਤੁਹਾਡੇ ਵਰਗਾ ਧਰਮੀ ਕੋਈ ਨਹੀਂ, ਤੁਸੀਂ ਜੋ ਕੁਛ ਵੀ ਕਰਨਾ ਚਾਹੁੰਦੇ ਹੋ ਨਾ, ਉਹ ਗੱਲ ਬਿਲਕੁਲ ਵਿਅਰਥ ਨਹੀਂ ਜਾਣੀ ਚਾਹੀਦੀ, ਵਿਅਰਥ ਜਾਂਦੀ ਵੀ ਨਹੀਂ। ਤੇ ਇਹ ਜਿਹੜਾ ਕੰਮ ਹੈ ਸਭ ਤੋਂ ਚੰਗਾ ਕਿ ਲੋਕਾਂ ਨੂੰ ਸਰਾਂ ਵਿੱਚ ਲੈ ਕੇ ਆਓ। ਨਦੀ ਅਗਾਧ ਨੇਰ ਵੱਡ ਬਹੇ, ਹੋਏ ਪਗਾਰ ਤੋਹੇ ਕੋ ਲਹੇ। ਹੁਣ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਸਮਝੋ ਕਿ ਜਿਵੇਂ ਡੂੰਘੀ ਨਦੀ ਬਹੁਤ ਜਲ ਉਹਦੇ 'ਚ ਵਗ ਰਿਹਾ ਹੋਵੇ, ਤੇ ਉਹ ਵੀ ਤੁਹਾਡੇ ਪ੍ਰਤਾਪ ਨੂੰ ਵੇਖ ਕੇ ਬਿਲਕੁਲ ਆਪਣਾ ਰਾਹ ਬਦਲ ਜਾਵੇ, ਤੁਹਾਨੂੰ ਤਾਂ ਉਹ ਵੀ ਰਾਹ ਦੇ ਦੇਵੇ। ਜਿਤ ਦਿਸ ਰਿਸਕਾਰ ਕਰੇ ਚੜਾਈ, ਬਹਿਰ 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 ਥਹਿਰ ਥਿਰ ਰਹੇ ਨਾ ਸਕਾਈ। ਹੁਣ ਇਹਨਾਂ ਬਾਦਸ਼ਾਹ ਨੂੰ ਉਹ ਚੁੱਕਦੇ ਨੇ ਕਿ ਤੁਹਾਨੂੰ ਵੇਖ ਕੇ ਤਾਂ ਭਰੀਆਂ ਹੋਈਆਂ ਨਦੀਆਂ ਰਾਹ ਦੇ ਜਾਣ, ਤੇ ਇਹ ਲੋਕਾਂ ਦੇ ਕੀ ਮਜਾਲ ਹੈ ਕਿ ਤੁਹਾਡੇ ਹੁਕਮ ਨੂੰ ਨਾ ਮੰਨਣ। ਜਿੱਥੋਂ ਤੁਸੀਂ ਲੰਘ ਜਾਓ, ਜਿਹੜਾ ਹੁਕਮ ਕਰਦੇ ਲੋਕ ਤੇ ਥਰ ਥਰ ਕੰਬਦੇ ਨੇ। ਪਾਇਨ ਪਰਹੇ ਉਪਾਏ ਨੇ ਆਨੇ, ਹੁਕਮ ਆਪ ਕੋ ਸਿਰ ਪਰ ਮਾਨੇ। ਜਿੱਥੇ ਤੁਹਾਡੇ ਪੈਰ ਪੈਂਦੇ ਨੇ ਉੱਥੇ ਤੇ ਲੋਕ ਆ ਕੇ ਭੇਟਾਵਾਂ ਰੱਖਦੇ ਨੇ, ਤੁਹਾਨੂੰ ਚੁੱਕ ਚੁੱਕ ਕੇ ਨਾਲੇ ਮੱਥੇ ਟੇਕਦੇ ਨੇ, ਨਾਲੇ ਤੁਹਾਨੂੰ ਆ ਕੇ ਆਪਣੀ ਉਹ ਮਾਇਆ ਦਿੰਦੇ ਨੇ। ਸਤਰ ਹੈਵ ਨਾ ਸਕੈ ਜਗ ਕੋਈ, ਹੋਏ ਜੋ ਖੰਡ ਖੰਡ ਤਨ ਸੋਈ। ਇਹ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਬਾਦਸ਼ਾਹ ਤੁਹਾਡਾ ਦੁਸ਼ਮਣ ਸੰਸਾਰ 'ਚ ਕੋਈ ਹੋ ਹੀ ਨਹੀਂ ਸਕਦਾ, ਤੇ ਜੇ ਕੋਈ ਦੁਸ਼ਮਣ ਪੈਦਾ ਹੋਏਗਾ ਤਾਂ ਤੇ ਟੁਕੜੇ ਟੁਕੜੇ ਹੋ ਜਾਣਗੇ। ਦੁਰਗਮ ਥਾਨ ਦੁਰਗ ਸਭ ਮਾਰੇ, ਤਬ ਪ੍ਰਤਾਪ ਜਸ ਫੈਲਿਓ ਸਾਰੇ। ਇਹ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਬਾਦਸ਼ਾਹ ਤੁਸੀਂ ਤੇ ਔਖੇ ਔਖੇ ਜਿਹੜੇ ਬੜੇ ਮਜ਼ਬੂਤ ਕਿਲੇ ਸਨ, ਉਹਨਾਂ ਦੇ ਵਿੱਚ ਜਾ ਕੇ ਜਿੱਤ ਕਰ ਲਈ, ਦੁਸ਼ਮਣ ਨੂੰ ਮਾਰ ਮੁਕਾਇਆ, ਤੇ ਤੁਹਾਡੇ ਪ੍ਰਤਾਪ ਅੱਗੇ, ਤੁਹਾਡੀ ਤਾਕਤ ਅੱਗੇ ਦੁਨੀਆ ਦਾ ਕਿਹੜਾ ਰਾਜਾ ਜਿਹੜਾ ਰੁਕ ਜਾਏਗਾ, ਜਿਹੜਾ ਠਹਿਰ ਜਾਏਗਾ। ਦੇਸ਼ ਦੁਰਗ ਦਲ ਦਰਬ ਰੁਦਾਨ, ਪੰਚ ਦਕਾਰੇ ਭੂਪ ਪ੍ਰਧਾਨ। ਇਹ ਬਾਦਸ਼ਾਹ ਨੂੰ ਕਹਿੰਦੇ ਨੇ ਕਿ ਬਾਦਸ਼ਾਹ ਕਿ ਪੰਜ ਦੱਦਿਆਂ ਵਾਲੇ ਭਾਵ ਕਿ ਦੇਸ਼, ਦੁਰਗ, ਦਲ, ਦੌਲਤ ਤੇ ਦਾਨ। ਪੰਜ ਦੱਦੇ, ਪੰਜ ਦੱਦੇ ਕਿਹੜੇ? ਦੁਰਗ, ਦੁਰਗ ਕਹਿੰਦੇ ਨੇ ਕਿਲੇ ਨੂੰ। ਦੁਰਗ, ਦਲ, ਦੌਲਤ, ਦਾਨ ਤੇ ਦੇਸ਼, ਇਹਨਾਂ ਦੇ ਵਿੱਚ ਤੁਹਾਡੀ ਬਰਾਬਰੀ ਕੋਈ ਨਹੀਂ ਕਰ ਸਕਦਾ। ਜਿੰਨੇ ਕੁ ਦੇਸ਼ ਤੁਸੀਂ ਜਿੱਤੇ ਨੇ, ਜਿੰਨਾ ਅੰਦਾਜ਼ ਤੁਸੀਂ ਕਰਦੇ ਹੋ, ਜਿੰਨੀ ਦੌਲਤ ਤੁਹਾਡੇ ਕੋਲ ਹੈ, ਜਿੰਨਾ ਦਲ ਤੇ ਜਿੰਨੇ ਕਿਲੇ ਤੁਹਾਡੇ ਕੋਲ ਨੇ, ਇਹਦੀ ਬਰਾਬਰੀ ਕੋਈ ਕਰ ਹੀ ਨਹੀਂ ਸਕਦਾ। ਸੋ ਤੁਵ ਸਦਨ ਪਾਇਤੇ ਸਾਰੋ, ਆਪਰ ਕੋ ਸਮਤਾ ਕਿਮ ਧਾਰੋ। ਇਸ ਕਰਕੇ ਸਾਰੇ ਤੁਹਾਡੇ ਘਰ ਦੇ ਵਿੱਚ ਸਾਰੀ ਚੀਜ਼ਾਂ ਨੇ, ਫਿਰ ਕੋਈ ਵੀ ਤੁਹਾਡੀ ਬਰਾਬਰੀ ਕਿੱਥੇ ਕਰ ਸਕਦਾ ਹੈ। ਬਖਸ਼ਿਸ਼ ਕਰੇ ਪਿਕੰਬਰ ਤੋਹੇ, ਅਤ ਪ੍ਰਸੰਤਾ ਹਿਰਦੇ ਹੋਏ। ਇਹ ਕਾਦੇ ਤੇ ਮਲਾਣੇ ਬਾਦਸ਼ਾਹ ਨੂੰ ਚਮਚਾ ਗਿਰੀ ਕਰਦੇ ਹੋਏ ਪੰਪ ਦੇ ਕੇ ਕਹਿੰਦੇ ਨੇ ਕਿ ਹਜ਼ਰਤ ਮੁਹੰਮਦ ਸਾਹਿਬ ਨੇ ਤੁਹਾਡੇ ਤੇ ਬੜਾ ਪ੍ਰਸੰਨ ਹੋ ਕੇ ਤੁਹਾਡੇ ਤੇ ਕਿਰਪਾ ਕੀਤੀ ਹੈ, ਤੇ ਉਹਦਾ ਇੱਕ ਵੱਡਾ ਕਾਰਨ ਹੈ। ਸੋ ਇੱਕ ਕਾਰਨ ਤੇ ਮਨ ਜਾਨ,
ਕਰਨ ਖਗੜਕ ਮਹਿ ਦੀਨ ਮਹਾਨ। ਤੇ ਉਹ ਵੱਡਾ ਕਾਰਨ ਕੀ ਹੈ ਜਿਹੜੀ ਤੁਹਾਡੇ ਤੇ ਹਜ਼ਰਤ ਮੁਹੰਮਦ ਸਾਹਿਬ ਨੇ ਇੰਨੀ ਕਿਰਪਾ ਕੀਤੀ ਹੈ? ਉਹ ਕਾਰਨ ਇਹ ਹੈ ਕਿ ਇਸ ਦੁਨੀਆ ਦੇ ਵਿੱਚ ਤੁਸੀਂ ਇਸਲਾਮ ਨੂੰ ਬੜਾ ਮਹਾਨ ਬਣਾਇਆ ਹੈ, ਬੜਾ ਵੱਡਾ ਤੁਸੀਂ ਕੀਤਾ ਹੈ ਤੇ ਕਰੋਗੇ। ਪੈਗੰਬਰ ਕੋ ਕਾਰਜੇ ਹੋ ਵਾਂਛਤ ਕਰੋ ਕਿਉਂ ਨਾ ਜਸ ਲੇਹੂ। ਕਿਉਂਕਿ ਕਾਰਜ ਤੁਹਾਡਾ ਥੋੜ੍ਹੀ, ਕੰਮ ਤੁਹਾਡਾ ਥੋੜ੍ਹੀ ਹੈ। ਇਹ ਕੰਮ ਤੇ ਪੈਗੰਬਰ ਦਾ ਭਾਵ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਹੈ। ਇਸਲਾਮ ਨੂੰ ਵਧਾਉਣਾ ਇਹ ਮੁਹੰਮਦ ਸਾਹਿਬ ਦਾ ਕੰਮ ਹੈ। ਤੇ ਜੇ ਉਹਦਾ ਕੰਮ, ਉਹਦਾ ਕਾਰਜ ਤੁਸੀਂ ਕਰੋਗੇ, ਫਿਰ ਤੁਹਾਡੇ 'ਤੇ ਕਿਰਪਾ ਕਿਉਂ ਨਾ ਕਰਨਗੇ। ਚੱਲੇ ਸੁਮਾਰਗ ਕਲਮਾ ਗਾਏ, ਪਠ ਕੁਰਾਨ ਕੋ ਲਖੇ ਖੁਦਾਏ। ਕਿ ਜੋ ਵੀ ਲੋਕ ਇਸ ਰਾਹ ਦੇ ਉੱਤੇ ਚੱਲਣਗੇ, ਕਲਮਾ ਪੜ੍ਹਨਗੇ, ਕੁਰਾਨ ਨੂੰ ਪੜ੍ਹ ਕੇ ਖੁਦਾ ਨੂੰ ਸਮਝ ਲੈਣਗੇ, ਤਾਂ ਉਹਨਾਂ ਦਾ ਵੀ ਭਲਾ ਹੋਏਗਾ। ਹਿੰਦੂ ਚਲੇ ਕੋ ਮਗ ਦੁਖ ਪਾਏ, ਕਿਆਮਤ ਦੋਜਕ ਲਹਿ ਸਜਾਏ। ਇੰਨੀ ਵਡਿਆਈ ਬਾਦਸ਼ਾਹ ਨੂੰ ਦੇ ਕੇ ਤੇ ਫਿਰ ਹਿੰਦੂਆਂ ਦੀ ਸ਼ਿਕਾਇਤ ਕਰਦੇ ਨੇ ਕਿ ਬਾਦਸ਼ਾਹ ਸਲਾਮਤ, ਇਹ ਹਿੰਦੂ ਲੋਕ ਤੇ ਪੁੱਠੇ ਰਾਹ 'ਤੇ ਚੱਲਦੇ ਨੇ, ਇਹ ਤਾਂ ਬੁੱਤ ਨੂੰ ਪੂਜਦੇ ਨੇ, ਤੇ ਕਿਆਮਤ ਦੇ ਸਮੇਂ ਇਹ ਤੇ ਨਰਕਾਂ ਦੇ ਵਿੱਚ ਪੈਣਗੇ, ਇਹਨਾਂ ਨੂੰ ਸਜ਼ਾਵਾਂ ਮਿਲਣਗੀਆਂ। ਨਹਿ ਪੈਗੰਬਰ ਹੰਬੀ ਪਰਹੀ, ਅਪਰਨ ਰਾਖਾ ਤਹਾਂ ਨਿਰਹਰਹੀ। ਹਜ਼ਰਤ ਮੁਹੰਮਦ ਸਾਹਿਬ ਨੇ ਇਹਨਾਂ ਦੀ ਬਿਲਕੁਲ ਹਾਮੀ ਨਹੀਂ ਭਰਨੀ, ਤੇ ਉਹਨਾਂ ਦਾ ਉੱਥੇ ਰਾਖੀ ਕਰਨ ਵਾਲਾ ਕੋਈ ਦੂਜਾ ਹੋਰ ਹੈ ਵੀ ਨਹੀਂ। ਇਸ ਲਾਇਕ ਤੁਮ ਕਰੇ ਖੁਦਾਏ, ਸਗਲ ਖਲਕ ਪਰ ਹੁਕਮ ਟਿਕਾਏ। ਬਾਦਸ਼ਾਹ ਸਲਾਮਤ, ਤੁਹਾਨੂੰ ਸਾਰੀ ਦੁਨੀਆ ਦੇ ਉੱਤੇ ਹੁਕਮ ਚਲਾਉਣ ਦੇ ਲਾਇਕ ਖੁਦਾ ਨੇ ਹਜ਼ਰਤ ਮੁਹੰਮਦ ਸਾਹਿਬ ਨੇ ਕੀਤਾ ਹੈ। ਤੇ ਇਸ ਕਰਕੇ ਜੇ ਕਿਸੇ ਨਾਲ ਜ਼ੋਰ ਕਰਕੇ, ਧੱਕਾ ਕਰਕੇ ਵੀ ਉਹਨੂੰ ਸਰਾਂ ਦੇ ਵਿੱਚ ਲਿਆਂਦਾ ਜਾਏ ਤਾਂ ਉਹਨਾਂ ਦਾ ਭਲਾ ਹੀ ਹੋਣਾ ਹੈ। ਦਾਰਸ਼ ਕੋਹ ਭਰਾਤ ਜੋ ਤੇਰੋ, ਸੰਗ ਕਾਪਰਨ ਕਰਤ ਬਡੇਰੋ। ਹੁਣ ਇਹ ਜਿਹੜੇ ਨੇ ਆਪਣੇ ਦਾਰਾ ਸਕੋ ਨੂੰ ਮਰਵਾ ਕੇ, ਵੱਡੇ ਭਰਾ ਨੂੰ ਮਰਵਾ ਕੇ, ਇਹਦੇ ਹੱਥੋਂ ਪਿਓ ਨੂੰ ਮਰਵਾ ਕੇ, ਭਰਾਵਾਂ ਨੂੰ ਮਰਵਾ ਕੇ, ਇੱਥੇ ਵੀ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਤੂੰ ਕੋਈ ਪਾਪ ਨਹੀਂ ਕੀਤਾ, ਤੂੰ ਤਾਂ ਸਗੋਂ ਉਸ ਪੈਗੰਬਰ ਸਾਹਿਬ ਦੇ ਧਰਮ ਨੂੰ ਚਲਾਇਆ, ਇਹਦੇ ਤੇ ਤੁਹਾਡੇ ਤੋਂ ਖੁਸ਼ ਹੋਏਗਾ। ਕਹਿੰਦੇ ਦਾਰਾ ਸਕੋ ਇਹਨਾਂ ਕਾਫਰਾਂ ਦੀ ਸੰਗਤ ਕਰਦਾ ਸੀ, ਪੀਰਾਂ ਫਕੀਰਾਂ ਦੇ ਨਾਲ ਮਿਲਦਾ ਜੁਲਦਾ ਸੀ। ਹਜੋ ਭਾਈ ਸਭ ਮੈਂ ਤਿਸ ਕੇਰੇ, ਪਤਸ਼ਾਹ ਤੇ ਖਾਰਜ ਹੇਰੇ। ਤੇ ਦੇਖ ਲਓ ਸਾਰਿਆਂ ਦੇ ਵਿੱਚ ਉਹਦੀ ਨਿੰਦਿਆ ਵੀ ਹੋਈ, ਬਾਦਸ਼ਾਹੀ ਤੋਂ ਵੀ ਬਾਹਰ ਨਿਕਲਿਆ, ਤੇ ਅਖੀਰ ਨੂੰ ਫਿਰ ਮੌਤ ਦੇ ਘਾਟ ਵੀ ਉਤਰਿਆ, ਮੌਤ ਦੇ ਮੂੰਹ ਵਿੱਚ ਪਿਆ। ਰਾਹ ਸਰਾ ਕੇ ਤੁਮ ਮਰਵਾਵਾ, ਯਾਤੇ ਜਸ ਵਿਸਾਲ ਜਗ ਪਾਵਾ। ਦਾਰਾ ਸਕੂਰ ਨੂੰ ਵੀ ਤੁਸੀਂ ਸਮਝਾਇਆ ਸੀ ਕਿ ਸਰਾਂ ਦੇ ਮੁਤਾਬਕ ਸਰਾਂ ਦੇ ਵਿੱਚ ਆ ਜਾ, ਜੇ ਨਹੀਂ ਆਇਆ ਤਾਂ ਤੁਸੀਂ ਆਪਣੇ ਸਕੇ ਪਰਿਵਾਰ ਨੂੰ ਮਰਵਾ ਦਿੱਤਾ। ਏਡੇ ਵੱਡੇ ਤੁਸੀਂ ਧਰਮੀ, ਇਹ ਪਾਪ ਨੂੰ ਵੀ ਧਰਮ ਦੱਸਦੇ ਨੇ। ਤੂੰ ਬਿਨ ਸਰੇ ਨ ਕਿਸ ਤੇ ਕਾਰੇ, ਤੁਰਕ ਬਣਾਵਣ ਖਿਲਕਤ ਸਾਰੀ। ਤੇ ਬਾਦਸ਼ਾਹ ਸਲਾਮਤ, ਤੁਹਾਡੇ ਤੋਂ ਬਿਨਾ ਇਹ ਕਾਰਜ ਹੋਰ ਕਿਸੇ ਤੋਂ ਪੂਰਾ ਨਹੀਂ ਹੋਣਾ, ਕਿ ਸਾਰੇ ਜਿੱਥੋਂ ਤੱਕ ਤੁਹਾਡਾ ਰਾਜ ਹੈ, ਸਾਰੇ ਰਾਜ ਦੇ ਵਿੱਚ ਲੋਕ ਤੁਰਕ ਹੀ ਹੋਣੇ ਚਾਹੀਦੇ ਨੇ, ਸਰਾਂ ਦੇ ਵਿੱਚ ਹੀ ਆਉਣੇ ਚਾਹੀਦੇ ਨੇ। ਰਾਹ ਸਰਾ ਕੇ ਸਗਲ ਚਲਾਵੋ, ਹਿੰਦੁਨ ਕੋ ਪੂਰਬ ਸਮਝਾਵੋ। ਇਸ ਕਰਕੇ ਸਾਰਿਆਂ ਨੂੰ ਸਰਾਂ ਦੇ ਰਾਹ 'ਤੇ ਚਲਾਓ, ਹਿੰਦੂਆਂ ਨੂੰ ਪਹਿਲੋਂ ਤੇ ਸਮਝਾਵੋ, ਜੇ ਸਮਝ ਜਾਣ ਤਾਂ ਠੀਕ ਹੈ। ਪੁਨ ਲਾਲਚ ਦੇਜੈ ਜਿਸ ਚਾਹੂ, ਮਾਨੇ ਜਥਾ ਸਰੋ ਕੋ ਰਾਹੂ। ਜੇ ਸਮਝਾਇਆ ਨਹੀਂ ਸਮਝਦੇ ਤੇ ਬਾਦਸ਼ਾਹ ਹੁਕਮ ਕਰ ਦਿਓ, ਫਿਰ ਉਹਨਾਂ ਨੂੰ ਲਾਲਚ ਦਿੱਤਾ ਜਾਏ, ਉਹਨਾਂ ਨੂੰ ਰੁਪਈਏ ਦਿੱਤੇ ਜਾਣ, ਪੈਸੇ ਜ਼ਮੀਨਾਂ, ਜਿਵੇਂ ਵੀ ਲਾਲਚ ਦੇ ਕੇ ਜੇ ਉਹ ਸਾਰਾ ਵਿੱਚ ਆ ਜਾਣ ਤੇ ਤਾਂ ਵੀ ਲੈ ਕੇ ਆਓ। ਭਗਣੀ ਕੈ ਤਨਿਆ ਨਿਜ ਦੇਹੋ, ਜਿਉਂ ਕਿਉ ਤੁਰਕ ਬਣਾਏ ਸੋ ਲੈਹੋ। ਔਰ ਇਹ ਕਾਦੇ ਮਲਾਨੇ ਬਾਦਸ਼ਾਹ ਨੂੰ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਅਸੀਂ ਭਾਵੇਂ ਤੁਰਕ ਹਾਂ, ਭਾਵੇਂ ਬਾਦਸ਼ਾਹ ਤੁਹਾਡੀ ਵੀ ਕੋਈ ਬੇਟੀ ਹੋਵੇ, ਕੋਈ ਭੈਣ ਹੋਵੇ, ਭੈਣ ਨੂੰ ਤਾਂ ਵੈਸੇ ਨੇ ਮਰਵਾ ਹੀ ਦਿੱਤਾ ਸੀ, ਉਹਨਾਂ ਦੇ ਡੋਲੇ, ਉਹਨਾਂ ਦੇ ਰਿਸ਼ਤੇ ਦੇਈਏ ਇਹਨਾਂ ਨੂੰ ਕਿ ਤੁਰਕ ਇਹ ਬਣ ਜਾਣ, ਸਰਾਂ ਦੇ ਵਿੱਚ ਆ ਜਾਣ, ਨਾਲੇ ਉਹ ਬਚੇ ਰਹਿਣਗੇ, ਨਾਲੇ ਉਹਨਾਂ ਦਾ ਭਲਾ ਹੋਏਗਾ। ਪੈਗੰਬਰ ਪ੍ਰਸੰਨ ਹੋਏ ਜਿਸ ਤੇ, ਹਿੰਦੂ ਤਰਕ ਬਣਾਏ ਜਬ ਕਿਸ ਤੇ।
ਜਦੋਂ ਕੋਈ ਹਿੰਦੂ ਤੁਰਕ ਬਣੇਗਾ, ਬਾਦਸ਼ਾਹ ਸਲਾਮਤ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਤੁਹਾਡੇ ਤੋਂ ਹੋਰ ਪ੍ਰਸੰਨ ਹੋਣਗੇ। ਸਰਵ ਭਾਤ ਮੈਂ ਸਮਰੱਥ ਤੁਮ ਹੋ, ਬਦੇ ਦਿਨ ਠਾਨੋ ਬਿਦ ਤਿਮ ਹੋ। ਕਿਉਂਕਿ ਸਾਰਾ ਕੁਝ ਤੁਸੀਂ ਕਰ ਸਕਦੇ ਹੋ, ਤੁਸੀਂ ਸਮਰੱਥ ਹੋ। ਤੁਸੀਂ ਇਸਲਾਮ ਦੇ ਧਰਮ ਦੇ ਵਿੱਚ ਬਿਲਕੁਲ ਪੱਕੇ ਹੋ। ਬੁੱਤ ਪੂਜਣ ਤੇ ਵਰਜਨ ਕਰੀਐ, ਸਭ ਤੇ ਕਲਮਾ ਆਪਣ ਉਚਰੀਐ, ਤੇ ਬਾਦਸ਼ਾਹ ਹੁਕਮ ਕਰ ਦਿਓ। ਇਹ ਜਿੰਨੇ ਹਿੰਦੂ ਨੇ ਇਹਨਾਂ ਨੂੰ ਸਮਝਾਵੋ ਕਿ ਬੁੱਤਾਂ ਦੀ ਪੂਜਾ ਬੰਦ ਕਰ ਦੇਣ, ਆਪਣੀ ਸਰਾਂ ਦੀ ਉਹਨਾਂ ਨੂੰ ਕਲਮਾ ਪੜ੍ਹਾਓ। ਆਪਣੇ ਟੇਗੇ ਕ ਮਥਰਾ ਪੂਰੀ, ਤਹ ਹਿੰਦੂ ਸਭ ਕਰਤੇ ਬੁਰੀ। ਤੇ ਨਾਲ ਹੀ ਕਹਿੰਦੇ ਨੇ ਬਾਦਸ਼ਾਹ ਸਲਾਮਤ ਆਪਣੇ ਨੇੜੇ ਇੱਕ ਮਥਰਾ ਨਾਮ ਦੀ ਨਗਰੀ ਹੈ। ਸਾਰੇ ਹਿੰਦੂ ਉੱਥੇ ਸਾਰੇ ਕੰਮ ਸਰਾਂ ਦੇ ਉਲਟ ਕਰਦੇ ਨੇ। ਮਥਰਾ ਵਿੱਚ ਬਹੁਤੇ ਕੰਮ ਹੁੰਦਾ ਹੈ। यहाँ पह्यो हमरो बड़ो तिसके कथा बताए, साथ अणक स्त्रीण के करे बिलाम बढ़ाए। वो कहते हैं कि इत्थे साडा वड्डा वडेरा कोई होया है, उस दे कहानी वो दसदे ने कि सारियां इस्त्रियां दे नाल उत्थे आनंद मंगल करते हैं। ये आपो अपनी जिहड़ी बनाई हुई कोई रीत है, मर्यादा है, मथुरा दे विच चलाउंदे ने। चौपई अब तिसके सो चलत मनावे, कर सिंगार नाचे अर गावे। ते देखो हुण उन्हां दे चरित्र बनाउंदे ने, उन्हां दी नकल करदे ने। हार सिंगार करके गोपियां बन के उत्थे नचदे ने, टपदे ने। बकरे कुफर बकै कुफर कुछ सुनियो ना जाए, बिगसे खेले मोह दो बढ़ाई। उन्हां दियां नकलां करके नचदे ने, टपदे ने, नाले झूठ बोलते ने। बादशाह सलामत उन्हां दा कुफर, उन्हां दा झूठ सुनिया नहीं जाता। करे आप पाप जिसते होए शोक, हिमकार चाहत सुख परलोक। ये मुलाने बादशाह नूं कहंदे ने, ते पाप करते ने। उन्हां दा पाप वेख वेख के सुन सुन के दुख हुंदा है। तिसको बुत बनाए बहु भांते, पूजे विपद दिवस अर राती। जिन्हों वड्डा वडेरा कहते ने जां कृष्ण भगवान कहते ने, उनके बुत बनाते ने। दिन रात अगे पिछे उनके पूजा करते हैं। उत्थे गोपियां बन बन के लोग नचते हैं, इस्त्रियां भी बनदियां ने, मर्द भी गोपियां बन के नचते हैं। बारे दीपक पुष्प चढ़ावें, चंदन चर्चा बाज बजावें। वो हिंदू लोग उत्थे गीत गाउंदे ने, दीवे जगाउंदे ने, फुल चढ़ाउंदे ने, चंदन छिड़कते ने। मिलकर स्त्री पुरख कनेरे, खोट परस पर करें बडेरे। उत्थे स्त्री पुरुष इकट्ठे होकर नचते हैं, तो बड़ा खोटा काम करते हैं, गलत काम करते हैं। करे हजारों बुत के मंदिर, लाए दरबराज राखे सुंदर। उन्होंने तो मथुरा विच हज़ारे मंदिर बनाए ने। उन्होंने दे उत्ते लखां रुपया खर्च के बड़े सोहने सोहने बनाए ने। सब हिंदू इन मानते हैं, धर्म अपने को निर्भय है। सारे हिंदू नूं मनदे ने, कहंदे साडा धर्म ही ये है। आप चलो बुत देहो फुराए, मंदिर देहो बिदार समुदाए। मुलाने कहंदे ने, यह बादशाह सलामत तुसीं उत्ते जाके वेखो ते सही। उन्हां सारे बुत्तां नूं उत्थों तुड़वा देना चाहिए है। सारे मंदिर ने जिहड़े ढा देने चाहिए ने। त्रास उपावो सब के माही, तुरक ज बने देहो सुख ताही। मंदिर ढा के, मूर्तियां ढा के उन्हां दे विच डर पैदा करो, ते जिहड़े डर के तुरक बन जाण उन्हां नूं सगों सुख सहूलतां दिओ, उन्हां नूं इनाम दिओ, रुपये पैसे दिओ। उत्तम थान हिंदुअन के जह, सपन बिदार मसीत रचोत है। मुलाने कहते हैं जिन्ने भी हिंदुओं के सोहने सोहने ठिकाने ने, मंदिर ने, उन्होंने ढा के बादशाह उत्ते तो मसीतां बननियां चाहिए ने। हिंदू त्रास देहो तुरक बढ़ाई, बिना बनाए सब बन जाए। हिंदुओं के विच इन्ना डर पैदा करो कि बिना कुछ कहन तो अपने आप ही तुरक बन जाए। इत्यादि कह बहु समझावा, बादे न रंग बाद उठावा।
ਇਵੇਂ ਮੁਲਾਣੇ ਜਿਵੇਂ ਕਾਦੀ ਨੇ ਬਾਦਸ਼ਾਹ ਨੂੰ ਇਹ ਗੱਲਾਂ ਕਹਿੰਦੇ ਰਹਿੰਦੇ ਨੇ। ਔਰ ਨਰੰਗਾ ਜਿਹੜਾ ਹੈ ਉਹ ਪਹਿਲੋਂ ਝਗੜਾਲੂ ਹੈ। ਇਹ ਕਹਿ ਲਏ ਕਿ ਉਹਦੇ ਅੰਦਰ ਦਿਮਾਗ ਨਾਲ ਦੀ ਚੀਜ਼ ਪਹਿਲੋਂ ਕੋਈ ਨਹੀਂ। ਉਹ ਤਾਂ ਚਾਹੁੰਦਾ ਕੋਈ ਸ਼ਿਕਾਇਤ ਆਵੇ ਤਾਂ ਬਸ ਮੈਂ ਕੰਮ ਕਰਾਂ। ਦੇਨ ਵਧਾਵਣ ਕੀ ਅਭਿਲਾਖਾ, ਚਲੇ ਭੋਰ ਕੋ ਚੜ ਕਰ ਭਾਖਾ। ਇਹ ਸ਼ਿਕਾਇਤ ਮਿਲੀ ਤੇ ਬਾਦਸ਼ਾਹ ਨੇ ਕਹਿ ਦਿੱਤਾ ਕਿ ਤਿਆਰੀ ਕਰੋ, ਫਿਰ ਕੱਲ੍ਹ ਚੜ੍ਹ ਕੇ ਮਥੁਰਾ ਜਾਂਦੇ ਆ। ਉੱਥੇ ਜਾ ਕੇ ਵੇਖਦੇ ਜੋ ਕੁਛ ਹੋਏਗਾ। ਇੱਥੇ ਕਵੀ ਸੰਤੋਖ ਸਿੰਘ ਜੀ ਨੇ ਇਹ ਅਧਿਆਇ ਵੀ ਖਤਮ ਕੀਤਾ, ਸਮੇਂ ਦੀ ਵੀ ਸਮਾਪਤੀ ਹੈ। ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰੀ ਰਸਨਾ ਦੇ ਨਾਲ ਲਵਾਈਏ ਹਾਜ਼ਰੀ 'ਚ, ਫਿਰ ਸਮਾਪਤੀ ਹੈ। ਓ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ